हाँ जी ਲਾਓ ਚੱਲ ਚੱਲ ਵੇਖੋ ਬਾਣੀ ਦੇ ਕਰਤਾ ਧਰਤਾ ਨੇ ਗੁਰੂ ਅਰਜਨ ਦੇਵ ਗੁਰੂ ਅਮਰਦਾਸ ਨੇ ਪਹਿਲੇ ਵਾਰ ਦਿੱਤਾ ਦੋਤੇ ਹੀ ਨਾ ਉਹਨਾਂ ਦੇ ਬੀਬੀ ਉਹ ਕੀ ਆ हाँ डरना ਕੋਈ ਨਹੀਂ ਰਹਿਣ ਦੋ ਪਾ ਲਾਂਗੇ ਬਾਅਦ ਉਹਨਾਂ ਆਖਿਆ ਵੀ ਦੋਤਾ ਤੇ ਬਾਣੀ ਦਾ ਬੋਲ ਗੁਰੂ ਅਮਰਦਾਸ ਨੇ ਵੀ ਬਾਣੀ ਦਾ ਕਰਤਾ ਧਰਤਾ ਹੋਊਗਾ ਤੇ ਗੁਰੂ ਅਰਜਨ ਦੇਵ ਨੇ ਵੇਖੋ 9 ਮਹੀਨੇ ਬਹਿ ਕੇ ਭਾਈ ਗੁਰਦਾਸ ਆਪਣੇ ਮਾਮੇ ਕੋਲੋਂ ਗੁਰੂ ਗ੍ਰੰਥ ਸਾਹਿਬ ਲਿਖਾਇਆ ਸ਼ਲੋਕ ਸੰਸਕ੍ਰਿਤੀ ਵੀ ਲਿਖੀ ਉਹ ਸੰਸਕ੍ਰਿਤੀ ਦੇ ਹਰ ਇੱਕ ਲਿਪੀ ਦੇ ਉਹ ਜਾਣੂ ਸੀ ਸ਼ਲੋਕ ਸੰਸਕ੍ਰਿਤੀ ਵੀ ਲਿਖੀ ਸ਼ਲੋਕ ਸੰਸਕ੍ਰਿਤ ਚ ਗੁਰੂ ਅਰਜਨ ਦੇਵ ਲਿਖਦੇ ਆ ਵੀ ਗੁਰਮੰਤਰ ਹੀ ਨਚੋ ਪੁਰਾਣੀ ਜਿਹੜਾ ਰੱਬ ਦੇ ਨਾਂ ਤੋਂ ਗੁਰੂ ਦੇ ਨਾਂ ਤੋਂ ਵਿਹੂਣਾ ਆ ਤਰਗੰਤ ਲੱਖਾਂ ਲਾਂਹ ਤੱਕ ਬੰਦੇ ਤੇ ਪਹਿਲੇ ਤੇ ਇੱਕ ਤ੍ਰਿਗ ਬਣਦੀ ਆਂਦੇ ਉੱਤੇ ਤੇ ਲੱਖਾਂ ਤ੍ਰਿਗਾਂ ਜਿਹੜਾ ਨਾਮ ਨਹੀਂ ਜਪ ਗੁਰੂ ਅਰਜਨ ਗੁਰਮਤਿ ਹੀਣ ਜੋ ਪਰਾਣੀ ਤਰਗੰਤ ਜਨਮ ਭ੍ਰਸ਼ਟਣਾ ਉਹਦਾ ਜਨਮ ਭ੍ਰਿਸ਼ਟਿਆ ਗੁਰਮਤਿ ਹੀਣ ਜੋ ਪਰਾਣੀ ਤਰਗੰਤ ਜਨਮ ਭ੍ਰਸ਼ਟਣਾ ਕੂਕਰ ਸੰਸਕ੍ਰਿਤ ਚਾਹੁੰਦੇ ਕੁੱਤੇ ਨੇ ਕੁੱਤਾ ਹੱਡੀ ਰੋੜੀ ਤੇ ਵੀ ਜਾਂਦਾ ਵਿਸ਼ਟੇ ਤੇ ਗੰਦ ਚ ਵੀ ਮੂੰਹ ਮਾਰਦਾ ਪਰ ਗੁਰੂ ਅਰਜਨ ਦੇਵ ਆਂਦੇ ਜਿਹੜਾ ਬੰਦਾ ਨਾਮ ਨਹੀਂ ਜਪਦਾ ਭਗਤੀ ਨਹੀਂ ਕਰਦਾ ਬੇਗੁਰਾ ਉਹਦੇ ਨਾਲ ਕੁੱਤਾ ਚੰਗਾ ਗੁਰਮੰਤਰ ਹੀਣਾ ਜੋ ਪੁਰਾਣੇ ਤਰਗੰਤ ਜਨਮ ਭ੍ਰਸ਼ਟਣਾ ਕੂਕਰ ਸੂਕਰ ਸੰਸਕ੍ਰਿਤ ਕਹਿੰਦੇ ਸੂਰ ਨੂੰ ਸੂਰ ਹਰ ਵੇਲੇ ਗੰਦ ਹੀ ਖਾਂਦਾ ਤੇ ਗੰਦ 'ਚ ਹੀ ਖੁਸ਼ ਰਹਿੰਦਾ ਤੇ ਗੁਰੂ ਅਰਜਨ ਦੇਵ ਕਹਿੰਦੇ ਜਿਹੜਾ ਬੰਦਾ ਨਾਮ ਨਹੀਂ ਜਪਦਾ ਭਗਤੀ ਨਹੀਂ ਕਰਦਾ ਉਹਦੇ ਨਾਲੋਂ ਸੂਰ ਚੰਗਾ ਗੁਰਮੰਤਰ ਹੀਣੇ ਚ ਪੁਰਾਣੇ ਤਰਗੰਤ ਜਨਮ ਭ੍ਰਸ਼ਟਣਾ ਕੂਕਰ ਸੂਕਰ ਗਰਦਬਾ ਦੇ ਗਧੇ ਨੂੰ ਗਧੇ ਦੀ ਆਵਾਜ਼ ਕਿੰਨੀ ਭੈੜੀ ਹੈ ਇਹ ਕਹਦੇ ਤੇ ਨਾ ਓਏ ਤੂੰ ਬੰਦਾ ਨਹੀਂ ਤੂੰ ਖੋਤਾ ਹੈ ਗਧਾ ਹੈ ਗਧੇ ਦੀ ਜੂਨ ਕਿੰਨੀ ਪਾੜੀ ਹੈ ਪਰ ਗੁਰੂ ਅਰਜਨ ਦੇਵ ਦੇ ਜਿਹੜਾ ਬੰਦਾ ਬੇਗੁਰਾ ਨਾਮ ਨਹੀਂ ਜਪਦਾ ਉਹਨੂੰ ਗਧਾ ਚ ਸ਼ੂਕਰ ਗਰਦਬਾ ਕਾਕਾ ਸੰਸਕ੍ਰਿਤ ਕਹਿੰਦੇ ਕਾਨ ਤਾਂ ਗੰਦ ਵੀ ਖਾਂਦਾ ਮਰਦਾਰ ਦੀ ਅੱਖਾਂ 'ਚ ਚੁੰਝ ਵੀ ਮਾਰਦਾ ਬਾਬੇ ਫਰੀਦ ਨੂੰ ਮੁਰਦਾ ਸਮਝ ਕੇ ਅੱਖਾਂ 'ਚ ਚੁੰਝੇ ਮਾਰੀ ਮਰਦਾਰ ਵੀ ਖਾਂਦਾ ਪਰ ਗੁਰੂ ਅਰਜਨ ਦੇਵ ਦਾ ਜਿਹੜਾ ਬੰਦਾ ਨਾਮ ਨਹੀਂ ਜਪਦਾ ਉਹਦੇ ਨਾਲ ਖਾਨ ਚੰਗਾ ਗੁਰਮੰਤਰ ਹੀਣ ਜੋ ਪੁਰਾਣੀ ਤਰਗੰਤ ਜਨਮ ਭ੍ਰਸ਼ਟਣਾ ਕੂਕਰ ਸ਼ੂਕਰ ਗਰਦਬਾ ਕਾਕਾ ਸਰਪਣਾ ਸੰਸਕ੍ਰਿਤ ਦੇ ਸੱਪ ਨੂੰ ਸੱਪ ਯਾਰ ਨਾਲ ਭਰਿਆ ਹੀ ਹੁੰਦਾ ਪਰ ਗੁਰੂ ਅਰਜਨ ਦੇਵ ਕਹਿੰਦੇ ਜਿਹੜਾ ਬੰਦਾ ਨਾਮ ਨਹੀਂ ਜਪਦਾ ਉਹਦੇ ਨਾਲ ਸੱਪ ਚੰਗਾ ਤੁਲ ਖਲਾਈ ਚੀਜ਼ਾਂ ਜਿਹੜਾ ਬੇਗੁਰਾ ਗੁਰਮੰਤਰ ਹੀਣ ਜੋ ਪੁਰਾਣੀ ਤਰਗੰਤ ਜਨਮ ਭ੍ਰਸ਼ਟਣਾ ਕੂਕਰ ਸ਼ੂਕਰ ਗਰਦਬਾ ਕਾਕਾ ਸਰਪਣਾ ਤੁਲ ਖਲਾ ਕਿਉਂ ਗੱਗਾ ਆਖੇ ਗੁਰੂ ਬਗੈਰੋਂ ਸਮਝਣਾ ਤੈਨੂੰ ਆਈ ਹੈ ਜੀ ਬ੍ਰਹਮੇ ਭੇਦ ਨਾ ਕੋਈ ਫੁਰਨੇ ਨਾਲ ਜੁਦਾਈ ਇਹ ਗੱਲ ਫਕੀਰਾਂ ਵਾਲੀ ਪੜ੍ਹਨੇ ਲਿਖਣੇ ਚ ਨਾ ਆਈ ਹੈ ਤੇ ਕਾਲੀਦਾਸਾ ਖੁਦੀ ਛੋੜ ਤੂੰ ਬਾਕੀ ਫਿਰ ਖੁਦਾਈ ਕਿਉਂ ਇਹ ਗੱਲ ਜਿਹੜੀ ਆ ਪੜ੍ਹਨ ਲਿਖਣ ਤੋਂ ਬਾਹਰ ਆ ਜੇ ਪੜ੍ਹਨ ਲਿਖਣ ਦੀ ਗੱਲ ਹੁੰਦੀ ਤੇ ਫਿਰ ਮਹਾਰਾਜ ਬਾਬਾ ਬੁੱਲੇ ਸ਼ਾਮੇ ਪੜ੍ਹੇ ਸੀ ਉਹਨਾਂ ਵਕਤਾਂ ਚ ਐਮਏ ਪੜ੍ਹੇ ਪਰ ਜਦੋਂ ਦੁਨੀਆ 'ਚ ਬਹਿੰਦੇ ਸੀ ਆਲਮਾਂ ਦੇ ਵਿੱਚ ਮੈਨੂੰ ਆਂਦੇ ਕੁਰਾਨ ਹਾਫਿਜ਼ ਮੈਂ ਐਮਏ ਕੀਤੀ ਹੈ ਮੈਂ ਸਹੀ ਆ ਤੇ ਆਂਦੇ ਜੋ ਵੀ ਹੈਗਾ ਤੇ ਬੇਗੁਰਾ ਫਿਰ ਸ਼ਾਹ ਨੈਤ ਅਨਪੜ੍ਹ ਸੀ ਤੇ ਵੇਖ ਲਓ ਵੀ ਸ਼ਾਹ ਨੈਤ ਦੇ ਜਾ ਕੇ ਮਹਾਰਾਜ ਚੇਲੇ ਹੋਣਾ ਪਿਆ ਸ਼ਾਹ ਨੈਤ ਦੇ ਚੇਲੇ ਹੋਣਾ ਪਿਆ ਜਾ ਕੇ ਫਿਰੋਜ਼ ਤੁਗਲਕ ਬੜਾ ਪੜ੍ਹਿਆ ਲਿਖਿਆ ਉਹਨਾਂ ਦੇ ਪੜ੍ਹਿਆ ਲਿਖਿਆ ਮੂਰਖ ਬਾਦਸ਼ਾਹ ਅਕਬਰ ਇੱਕ ਦਿਨ ਵੀ ਸਕੂਲੇ ਨਹੀਂ ਗਿਆ ਪਰ ਖਵਾਜਾ ਸਾਹਿਬ ਦਾ ਬੜਾ ਭਗਤ ਸੀ ਅਜਮੇਰ ਵਾਲਾ ਉਹਨੂੰ ਕਹਿੰਦੇ ਅਕਬਰ ਦੀ ਗ੍ਰੇਟ ਕਿਉਂ ਇਹ ਗੱਲ ਪੜ੍ਹਨ ਲਿਖਣ ਤੋਂ ਬਾਅਦ
ਜੋ ਪ੍ਰਾਣੀ ਦੇਸ ਦੇ ਨਾਮ ਤੇ ਆਵੇ, ਗੁਰੂ ਗੋਬਿੰਦ ਸਿੰਘਾਂ ਦੇ ਜਿਹੜਾ ਭਗਤੀ ਕਰਦਾ ਰੱਬ ਦੀ ਕਾਲ, ਜੋ ਪ੍ਰਾਣੀ ਦੇਸ ਦੇ ਨਾਮ ਤੇ ਆਵੇ, ਪੜਿਆ ਅਨਪੜਿਆ ਪਰਮ ਗਤੀ ਪਾਵੇ। ਭਾਵੇਂ ਕੋ ਪੜਿਆ ਤੇ ਭਾਵੇਂ ਅਨਪੜਿਆ, ਜਿਹੜਾ ਭਗਤੀ ਕਰਦਾ ਉਹ ਮੁਕਤੀ ਪਾ ਜਾਂਦਾ। ਕਿਉਂ? ਇਹ ਪੜਨ ਲਿਖਣ ਤੋਂ ਬਾਹਰ ਹੈਗਾ। ਮੌਲਵੀ ਰੂਮ ਕਿੰਨੀਆਂ ਕਿਤਾਬਾਂ ਪੜੀਆਂ, ਕਿੰਨੇ ਲਿਖੇ? ਹਾਂ, किताबा लिखन दे दरिया के कंढे ते शम्स तबरेज आते आंदे भी क्या कर रहे हो, आंदे भी इस बात का तुम्हें नहीं पता। उन्हें फिर क्या आंदे भी इस बात का तुम्हें नहीं पता। आंदे ये क्या कर रहे हो, आंदे इस बात का तुम्हें नहीं पता। आंदे इदा नहीं अठा किताबा सारिया दरिया सुट देंगे। आंदे दुख किया मैं इन्नी चेर मेहनत ना किताबा लिखिया, मेरे 20 साल की मेरे पिछों की भी कमाई से 20 साल की अगे की भी कमाई सी। मैं नजूमी सा, नजूमी मैंने पंडित जिंदा कहते मुसलमान नजूमी आते। मैं हथ वेख के किताबा वेख के बंदे का हाल दस देना। तूं किताबा सुटिया, आंदे कढ़ ला जिथे मैं सुटिया। आंदे जरा दरिया रुड़ गई होनी, गल गई होनी। आंदे नहीं कढ़ सकता, आंदे नहीं बाह लम्मी करते जी महाराज, समझते हुए सुक्कियां दी सुक्कियां कढ़ दी। आंदे ये क्या, आंदे इस बात का तुम्हें भी नहीं पता। आंदे तू किताबा च पिया। निजामुद्दीन औलिया ऊठां ते किताबां लद के फिर तुरे फिरदे सी। ऊठ ते किताबां लद के तुरे फिरदे हुंदे सी ते मसला पाउंदे संतां नाल। चाहते भी गुरुओं नूं बनाउणा जिहड़ा मैनूं मसले च हराओ। जिथे महाराज ज्ञान अड़ जाता, किताब खोल लेंदे ऊठ तो ला किताब चाह लिखे। आंदे बाबा फरीद ही रह गए, पाकपतन सी, पाकपतन चल गए निजामुद्दीन औलिया। हाँ जी, ज्ञान करद्या 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 ज्ञान करद्या करद्या ऊठ जिहड़ा अपना बोढ़ना बंद कर। ज्ञान करद्या करद्या मसला बाबे फरीद नाल फस गया। बाबा फरीद ते निजामुद्दीन औलिया ज्ञान करते लागे कोई। बाबा फरीद ने इशारा किया ऊठ नूं भी किताबां थल्ले सुट के सारियां खा जा। किताबां सारियां खा गए। मसला फस गया। आंदे मेरी किताब च लिखे, आंदे भी लिया किताब। किताब वेखिए तो किताब उठ के कोई भी ना। आंदे महाराज तुसीं चेले को मेरी किताबां गैप कराती। आंदे तू तो मैं ही है इत्थे, होर कौन है तीजा? ते जां ऊठ। आंदे उठ तू पुछ ला। आंदे महाराज उठ की दसो। आंदे पुछ तो सही। उधरों जो क्या ना बूट किताबां कित्थे? बाबा फरीद ने कहा भी सारियां कढ़ दे बाहर, लच दे, सारी उल्टी कर। इन्नी गल वेख के बाबा फरीद दे चेले हो गए, ये किताबां तो बाहर है। क्यों? एक किताबी एक जनाबी है। एक किताब तो मिलनी, एक गुरुआं तो मिलनी। क्यों? गुरु बिना माला फेरता, गुरु बिन करता दान। भगत भी लिखता गुरु बिना माला फेरता, गुरु बिना दान करता। गुरु बिन माला फेरता, गुरु बिन करता दान। गुरु बिना सब निष्फल पिया बूझो वेद करा। गुरु बिना भगती करता, गुरु बिना माला फेरता, गुरु बिना दान करता, सब निष्फल। क्यों? गुरु तो बिना पता नहीं लगना, तस्वीर पुठी फिर जाएगी सीधी। गुरु तो बिना दान देना नहीं पता लगना। बाबा फरीद 36 साल भगती करते रहे। जो बेगुरे से कां ने वेखो जो बेहोश है, कां ने चुंझा मारी अखा। बाबा फरीद उठ के की श्लोक बोलिया, काका काका ढोलिया सगला खाया मास, ये दूने ना मत छुआ पिया मिलन की आस। रब होर मेरा कां मेरा सब कुछ खा जा, मेरी अखा ना खाई जो मैं रब के दर्शन कर ली। नहीं दर्शन हुए जो गुरु वाले हो गए तो बयान बदल गए। बाबा फरीद उदों भी कहते गुरु वाले हो गए। ख्वाजा कुतुबुद्दीन बख्तियार काकी के मरीद हो गए, फिर की कहते हैं, फरीदा तू कानू जंगल मल मिले, तू किदी लै ली मत, तेरे अंदर हो जरा रब दा, तू अंदर झाती घत। ते रब दे तेरे अंदर बैठा ही आवे, तू जंगलों च फिरदा रहे, अंदर तू वेखिया ही नहीं। कोई बंदा सी ना मोमबत्ती लैके सड़क ते कोई चीज लभन दे, पुराने समय की गल।
उदों लाइटा नहीं होंगी। वो बंदा लागू देना कहते भी की लभन दिया, आंदे मेरे सूई गवाच गई। फिर वापस आया बंदा, फिर मोमबत्ती ना ऊपर आंदे की लभन दिया, आंदे मेरी सूई गवाच गई है। आंदे गवाची कित्थे आ, आंदे घर गवाची है। आंदे मूर्खा लभदा बाहर फिर। घरे गवाची चीज ढंडोरा शहर विच, फर्क नहीं दिखता तेनों अपने गैर विच। मुरशद कर दे तेरियां दूर कदूरतां, सामने कर दिखलावे असली सूरतां। कर ला दिल दी सफाई के दीदार चाहिदा, तू जहान तो भी लेना तेनों यार चाहिए। बाबा नानक भी मन मंदिर तन वेस कलंडर घाटी तीर्थ नाम। क्यों दिल दरिया समुद्रों डूंगे, इत्थे आ रब तक। रब कहता मैं तेरी सारा अगनम नेड़े वास्ते इत्थे आ। दिल दरिया समुद्रों डूंगे, कौन दिलां दियां जाने। विचे बेड़ी विचे चप्पू विचे मंज मुहारी, अंदर ही है सब कुछ। भाई जी तेरे विच वसदा, तू लभदा फिरदा बन्ने, तू उन्हें बाहर लभदा फिर, वो तो तेरे अंदर है। बाबा बुले शाह कहते हैं मक्के जाके इट्टां वेखिया, गंगा जाके पानी जाता बुलिया, मुर्शद मिल के मिट गई आनी जानी। जदों मैं गुरु वाला हो गया ना, उन्हें मैनूं अंदर ही विखाता। गुरु रविदास आंदे मन चंगा तो पुण्य च गंगा। मन चंगा तो पुण्य च गंगा। पुन्ना इहो ही, मन साफ है तो तुहाडे अंदर ही रब। जे मन नहीं साफ, जिथे मर्जी जाओ। गल एक नुकते विच मुकदी है, हर नुकता छोड़ हिसाबां नूं। हां जी, हिसाब किताब आंदे छड्ड देना। नुकता क्यों फड़ लो, नुकता केड़ा गुरु है। बहुतियां गल्लां छड्ड दे। बाबा गोरे शाह लिखते अपने श्लोक च, गोरे शाह तो ये सच्ची बात कहे, अमृत गंगा तेरे अंदर ही बहे। दर दर्द की खाक फाके, अपने अंदर क्यों नहीं झाके। अपने अंदर क्यों नहीं झाकते। जलन जट होए गुरु गोबिंद सिंह दे सेवादार की लिखते हैं, जलन जट कहे गल ए, पढ़िया लिखिया चुल्हे दे। वड़ना ही ते वड़ विच दे, नहीं ते झाड़ चिट्टे सिर खे। अंदर की गल करनी। पर मिलना कितना कि गुरु की रहमत। नानक कचड़िया सो तोड़ ढूंढ, सज्जन संत पक्या। बाबा नानक लिख देखो पक्या संत दुनिया के नाते कच्चे। उठ फरीदा सुत्या, तू दुनिया वेखण जा, जे कोई मिल जे बख्शिया मिल, तू भी बख्शिया जा। बाबा फरीदा ने उठ के जा, एवें कहने चली ना लग जी। कोई बख्शिया होगा तो वो चली लगी। बख्शे घट ही होंगे। बोलिया पानी पीए पुण के, तो गुरु फड़िए चुन के। मैं कि देश में शोध कर कदम रखना है गाफल, क्योंकि इस बाजार में सौदा बार बार नहीं होता। क्यों? वो धारना बार बार नहीं होती, अपना बड़ा बार बार नहीं। इस करके मौलवी रूम कहते हैं, दीदन दाना इबादत बवद। दीदन दीदन आंदे अखां, इन्हां अखां नाल वेखना, ये संत नूं वेखना भी एक इबादत है। दीदन दाना इबादत बवद, फतेह अबाब साध ते बवद। उस संत दे गुरु दे दर्शन करने वाले किस्मत के दरवाजे खुल जाते। बाबा साहब आंदे की आंदे, अली नूं वेखना भी एक इबादत है। जदों वसाल है मोहम्मद मुस्तफा का, पूरे हो गए, चोला बदली किया, दसदे भी हजरत अबू बकर अली दी जनाब वाली वेखी जाती। साहबे पूछन लगे महाराज क्यों वेखते जी। आंदे नबी ने कहा मोहम्मद साहब ने अली नूं वेखना भी इबादत, मैं इबादत ही करनी। इस करके गुरु बिना समझ नहीं आती।
जोग ना भंग कपड़ी जोग ना मेले वेश, नानक घर बैठे जोग पाइए सतगुर के उपदेश। जान की लोड़ नहीं। अंतर तन मन वसरे ईत ऊत के मीत, गुर पूरे उपदेशा नानक जपिया नीत। गुर पूरे उपदेश का तो मैं नीत के नाल जपिया। भगत कबीर जी लिखते हैं, कबीर दीवा बत्ती तेल सब, दीवा भी हो बत्ती भी हो तेल भी हो, ये दीवा भी है बत्ती भी है तेल भी है। लो कबीर दीवा बत्ती तेल सब, सीख बिना नहीं लो। सीख क्या ना डबी जिन्ना चेर ती ना लाओगे उन्ना चेर रोशनी नहीं होती। ये अंदर भी गुरु तीली लाते रोशनी, दरख्त है बाल देंगे। कबीर दीवा बत्ती तेल सब, सीख बिना नहीं लो। बिन सतगुर की जुगतियों मुक्त कदी ना हो। जिन्ना चर सतगुर ने जुगती नहीं लानी मुक्ति नहीं मिलनी। जुगती सतगुरां कोल, जुगती ना मुक्ति। और कई इदा उदाहरण मत, बाबा फरीद, बाबा बुल्ले शाह, किन्ने किन्ने संत होए जेड़ा महाराज गुरुओं तो बिना नहीं बढ़िया। ख्वाजा मोइनुद्दीन चिश्ती दे ख्वाजा असमान हरूनी गुरु है। हजरत सरकार मीरा गौसले आजम दे गुरु हजरत अबू सईद मखदूमी। क्यों गुरु तो बिना गल जी आ मालक तो भगती तो बिना बने गल नहीं बननी। बाबा नानक कहते जोर ना जुगती छूटे संसार, इतने जोर ना नहीं छुटिया जाना, इतने जुगी ना छुटिया जाना। जुगती कितने संतां दे। बाबा नानक कहते साध संग बुद्ध बदत है जो झाड़ी संग घास। झाड़ी नाल घाह वधदा रहिंदा क्योंकि उत्थे मझ मूंह नहीं मारदी। इतना संत वाड़ बन जाते हैं। हाँ जी, संतां दा संग करना बुद्धि वधदी है। किसी डॉक्टर को चल जाए ना मेरी बुद्धि बता दो, मैं नहीं बता सकता। बाबा नानक कहते कित्थों वधनी है? साध संग बुद्ध बदत है जो झाड़ी संग घास। संतां दा संग कीता बुद्धि वधदी। फिर अगे लिख दिया नाम जपत बुद्ध बदत है जो झाड़ी संग घास। फिर नाम जपना पैना, फिर बुद्धि का विकास होना। बाबा गौरी शाह लिखते भी कूड़ कमाइयां करदा, गुर चरनी चित क्यों नहीं धरदा। झूठी जान जगत दी प्रीत, गुर बिन कोई ना सच्चा मीत। इस विच शक यराना भाई, बिन गुर किसे सोझी ना पाई। गोरे शाह हिरस जहान निरी गंदगी, गुर सेवा जानो असल बंदी। कूड़ राजा कूड़ राजा कूड़ पर बख्शिया हो जाऊगा जिन्हें को भगत की आ, बाकी सब खेड़ करेंगे तमाशा। जाग रचना सब झूठ है जो बालू की पीठ, जाग रचना झूठ है, सच नहीं है। बाबा नानक ने धर्मराज क्या करोगे सकला पाटिया लिखा। मेरे संतां ने मेरे गुरुओं ने बाबा नानक ने लेखा पाठ छड़िया धर्मराज तू नहीं मेरे को आ सकता। धर्मराज आंदा बेगुरे को लेखा ने कूड़ राजा कूड़ परचा, कूड़ मैल कूड़ मंडप कूड़ माड़ियां। मैं शॉर्ट का सुनाऊं दिया। फिर आखते बाबा नानक कूड़ मियाँ कूड़ बीबी, मियाँ बीबी का नाता भी कूड़। क्यों जो 100 विआह होया उन्हां चों 2% जिहड़े खुश आ जिहड़े रब दा नाम जपदे, नहीं तो 98% कला कलेश। पति पत्नी की सोरी नहीं मिलती। पति परे करके पूछो तू खुश अपनी पत्नी तो कहना ना ना मेरा तो सारी उम्र कहना ही नहीं मन। मैं कुछ कहता तो कुछ कह सी ये पेकिया तुरी रही। पत्नी पूछो पत्नी कहना ना मैं अपने जो मैं व्याही नहीं है मैं बड़ी सुखी हाँ, कोई रोग नहीं मेरी देह को,
ਜਦੋਂ ਦੀ ਮੈਂ ਵਿਆਹੀ ਆਈ ਹਾਂ ਨਾ ਇਸ ਘਰ 'ਚ, ਮੈਂ ਤੇ ਦੁਖੀ ਹਾਂ। ਕੂੜ ਮੀਆਂ ਕੂੜ ਬੀਵੀ, ਕੂੜ ਬੈਸਣ ਹਾਰ, ਨਾਨਕ ਕਿਸਾਂ ਕੀ ਦੋਸਤੀ, ਸਭ ਜਗ ਚੱਲਣ ਹਾਰ। ਕਿੰਨਾ ਪ੍ਰੇਮ ਪਾਈ ਸਾਰੇ ਤੇ ਜਾਣ ਵਾਲੇ। ਹਾਂਜੀ ਪ੍ਰੇਮ ਪਾਉਣ ਦਾ ਗੱਲ ਵੀ ਦੱਸਣ ਦੇ ਕਹੇ ਬਾਬਾ ਨਾਨਕ ਕਹਿੰਦੇ ਪ੍ਰੇਮ ਕਿਤੇ ਨਾ ਪਾਉਣਾ। ਨਾਨਕ ਕਚੜਿਆ ਸੋ ਤੋੜ ਢੂੰਡ ਸੱਜਣ ਸੰਤ ਪੱਕਿਆ। ਪੱਕਾ ਸੰਤ ਲੱਭ ਉਹਦੇ ਨਾਲ ਯਾਰੀ ਪਾ, ਤੈਨੂੰ ਰੱਬ ਨਾ ਕਿਤੇ ਵਾਹਿਗੁਰੂ ਨਾ ਬਣਾ। ਉਧਰ ਨੂੰ ਹੀ ਜਾਣੇ। ਹਾਂਜੀ ਕਈਆਂ ਨੇ ਸਾਡੇ ਕੋਲ ਟਾਈਮ ਹੀ। ਭਗਤ ਕਬੀਰ ਸੀ ਨਾ, ਕਿਤੇ ਸੰਤਾਂ ਦਾ ਕੰਮ ਉਹ ਕਰ ਦੇਣਾ। ਹਾਂਜੀ ਕਾਨ ਬਜਾਈ ਬੰਸਰੀ ਸੁਣੀ ਤੀਨ ਲੋਕ ਮਾਂ, ਆਂਦੇ ਭਗਵਾਨ ਕਿਸੇ ਨੂੰ ਬਾਂਸਰੀ ਵਜਾਉਂਦੇ, ਬਾਂਸਰੀ ਥੋੜਾ ਵਜਾਉਂਦੇ ਸੀ। ਉਹ ਤੇ ਸੱਦਦੇ ਵੀ ਆਓ ਮੇਰੇ ਕੋਲ, ਨਾਮ ਨਾਲ ਤੁਹਾਨੂੰ ਜੋੜਾਂ। ਗਾਈਆਂ ਨਾਲ ਪ੍ਰੇਮ ਇਸ ਕਰਕੇ ਗਾਈਆਂ ਆ ਜਾਂਦੀਆਂ ਹੈ, ਪੰਛੀ ਆ ਜਾਂਦੇ ਹੈ, ਬੰਦੇ ਬੜੇ ਘੱਟ ਆਉਂਦੇ। ਹਾਂਜੀ ਉਦੋਂ ਬੜੇ ਤਗੜੇ ਭਗਤ ਹੋਏ ਭਗਵਾਨ ਕ੍ਰਿਸ਼ਨ ਦੇ। ਕਹਿੰਦੇ ਮਹਾਰਾਜ ਤੁਸੀਂ ਸਾਰਿਆਂ ਨੂੰ ਸਵਰਗਾਂ 'ਚ ਰਹਿ ਲਓ, ਬਕੰਡ ਧਾਮ 'ਚ ਬਖਸ਼ ਦਿਓ ਸਾਰਿਆਂ ਨੂੰ। ਦੁਨੀਆਂ ਬਣਾਈਆਂ ਜੇ ਤੇ ਕੋਈ ਤਨ ਵੱਲੋਂ, ਕੋਈ ਧਨ ਵੱਲੋਂ, ਕੋਈ ਪਿਓ ਵੱਲੋਂ, ਕੋਈ ਪੁੱਤ ਵੱਲੋਂ, ਕੋਈ ਧੀ ਵੱਲੋਂ, ਸਾਰੀ ਦੁਨੀਆ ਹੀ ਦੁਖੀ ਹੈ। ਤੁਸੀਂ ਲੈ ਜਾਓ ਸਾਰਿਆਂ ਨੂੰ। ਆਂਦੇ ਉਦੋਂ ਅਸੀਂ ਤੇ ਖੜਨ ਨੂੰ ਤਿਆਰ ਆ, ਪਰ ਦੁਨੀਆ ਮੇਰੇ ਵੱਲ ਧਿਆਨ ਘੱਟ ਆ। ਦੁਨੀਆ ਦਾ ਦੁਨੀਆ 'ਚ ਜ਼ਿਆਦਾ ਧਿਆਨ। ਦੁਨੀਆ ਦੇ ਕੰਮਾਂ 'ਚ ਇੰਨੀ ਮੋਹੀ ਹੈ, ਰੱਬ ਵੱਲ ਕਿਸੇ ਦਾ ਧਿਆਨ ਹੀ ਨਹੀਂ। ਆਂਦੇ ਨਹੀਂ ਮਹਾਰਾਜ ਮਿਹਰ ਕਰੋ, ਕੋਈ ਬਖਸ਼ਿਸ਼ ਕਰੋ। ਆਂਦੇ ਚੱਲ ਆਪਾਂ ਦੋਵੇਂ ਰੂਪ ਟਾ ਲੈਂਦੇ। ਜਿਹੜਾ ਪਹਿਲਾਂ ਮੱਥੇ ਲੱਗੂ ਹੀ ਲੈ ਜਾਂਦੇ। ਰੂਪ ਟਾ ਲੈਂਦੇ। ਹਾਂਜੀ ਪਹਿਲਾਂ ਸੂਰ ਏਡਾ ਵੱਡਾ ਪਲਿਆ ਮੱਥੇ ਲੱਗ ਯਾਦ ਹੈ, ਪਹਿਲਾਂ ਜਿਹੜਾ ਮੱਥੇ ਲੱਗ ਹਾਂਜੀ ਉਹਨਾਂ ਦੇ 50 ਵਰਗਾ ਚੱਲਣਾ ਹੀ। ਸੂਰ ਆਂਦੇ ਉੱਥੇ ਕੀ ਆ? ਆਂਦੇ ਉੱਥੇ ਹਰ ਤਰ੍ਹਾਂ ਦੀ ਸੁੱਖ ਸਹੂਲਤ, ਐਸ਼ ਆਰਾਮ ਸਭ ਕੁਛ ਆ। ਚਲੋ ਤੁਰ ਪਏ ਜੀ। ਸੂਰ ਰਾਜ ਰੁਕ ਗਿਆ ਨਾ, ਰੁਕੋ। ਆਂਦੇ ਵੀ ਕੀ ਗੱਲ? ਆਂਦੇ ਮੇਰੀ ਸ਼ਰਤ ਹੈ। ਕਹਿੰਦੇ ਕੀ? ਆਂਦੇ ਉੱਥੇ ਖਾਣ ਨੂੰ ਮੈਨੂੰ ਗੰਦ ਮਿਲੂ। ਕਿਸ਼ਨ ਕਿਹਦਾ ਰੂਪ ਹੈ? ਰੱਬ ਦਾ। ਉਦੋਂ ਕੌਣ ਆ? ਗੁਰੂ ਆ। ਸੂਰ ਕੌਣ ਹੈ? ਅਸੀਂ ਆ ਜਿਹੜੇ ਦੁਨੀਆਦਾਰ ਲੋਕ। ਰੱਬ ਤੇ ਸਾਨੂੰ ਰਾਜ ਭਾਗ ਦਿੰਦਾ, ਹਾਂਜੀ ਅਸੀਂ ਆਪ ਹੀ ਗੰਦ 'ਚ ਫਸੇ। ਇਹ 14 ਕੀ ਦੋਸ਼ ਹੈ? ਦੋਸ਼ ਤੇ ਸਾਡਾ। ਸੰਤਾਂ ਦਾ ਕੰਮ ਔਖਾ ਦੇਈ ਜਾਣਾ। ਭਗਤ ਵੀਰ ਵੀ ਔਖਾ ਦੇ ਦਿੰਦਾ ਹੈ। ਹਾਂਜੀ ਇੱਕ ਤੇਰੀ ਉਮਰ ਦਾ ਲੈ ਦੀ ਮੁੰਡੇ ਉਮਰ ਦਾ ਮੁੰਡਾ ਲਾ ਲਓ, ਦੁਕਾਨ ਦਾ, ਕਰਿਆਨੇ ਦੀ ਦੁਕਾਨ ਤੇ ਲੱਗਾ। ਹਾਂਜੀ ਉਹਨੂੰ ਆਂਦੇ ਭਗਤਾ ਬੱਚੇ ਨਾਮ ਜਪਿਆ ਕਰ। ਐ ਮਾਰਾ ਮੈਨੂੰ 15 ਦਿਨ ਹੋਏ ਕਿ ਦੁਕਾਨ ਤੇ ਲੱਗੇ ਨੂੰ, ਮੈਨੂੰ ਮਹੀਨਾ ਲੈ ਲਓ, ਤਨਖਾਹ ਲੈ ਲੈਂਦਾ। ਕੱਲਾ ਕੱਲਾ ਮਾਂ ਪਿਓ ਦਾ ਪੁੱਤ ਆ, ਤਨਖਾਹ ਦੇ ਕੇ ਚੱਕੂ। 2 ਮਹੀਨੇ ਬਾਅਦ ਜਾਂਦੇ। ਆਂਦੇ ਹੁਣ ਯਾਰ ਚ ਆਪਾਂ ਤਾਂ 2 ਮਹੀਨੇ ਤਨਖਾਹ ਲੱਗੀ ਹੋਣੀ ਸੀ। ਨਹੀਂ ਮਹਾਰਾਜ ਹੁਣ ਮੇਰੀ ਮੰਗਣੀ ਹੋ ਗਈ, ਵਿਆਹ ਕਰਾ ਲਓ ਤੇ ਫਿਰ ਜਾਂਦੇ। 2 ਵਿਆਹ ਹੋ ਜਾਂਦਾ, ਜਦੋਂ ਬੱਚੇ ਵੀ ਹੋ ਜਾਂਦੇ। ਹਾਂਜੀ ਆਂਦੇ ਹੋਣੀ ਜਪ ਐ ਮਹਾਰਾਜ ਅੱਗੇ ਮਾਂ ਪਿਓ ਦੀ ਜ਼ਿੰਮੇਵਾਰੀ ਹੁਣ ਘਰ ਵਾਲੀ ਤੇ ਬੱਚਿਆਂ ਦੀ ਵੀ ਆਪੇ ਥੋੜੇ ਜਵਾਨ ਹੈ। ਭਗਤ ਵੀਰ ਫੇਰ ਗਏ ਜੀ ਮਹਾਰਾਜ ਦੇ ਨਾਮ ਜਪ, ਬੱਚੇ ਜਵਾਨ ਹੋ ਗਏ। ਐ ਮਹਾਰਾਜ ਹੁਣ ਬੱਚਿਆਂ ਨੂੰ ਮੈਂ ਆ ਵੀ ਸਟੈਂਡ ਕਰਨਾ। ਸਟੈਂਡ ਜਿੱਦਾਂ ਹੀ ਇਹਨਾਂ ਨੂੰ ਕਿਤੇ ਕੰਮੇ ਲਾਉਣਾ। ਹਾਂਜੀ ਆਂਦਾ ਫੇਰ ਆ ਜਾਂਦੇ ਮੂਰਖ, ਹੁਣ ਤੇ ਕੰਮੇ ਲੱਗ ਗਏ। ਆਂਦੇ ਮਹਾਰਾਜ ਮੈਂ ਤਾਂ ਵਿਆਹ ਨਹੀਂ, ਇਹਨਾਂ ਦਾ ਵਿਆਹ ਨਹੀਂ ਕਰਨਾ। ਐਡਾ ਅਮੀਰ ਹੋ ਜਾਂਦਾ, ਜਿਹੜੀ ਦੁਕਾਨ ਤੇ ਕੰਮ ਕਰਦਾ ਹੁੰਦਾ ਨਾ, ਉਹਦੀ ਦੁਕਾਨ ਅੱਗੇ ਬੜਾ ਵੱਡਾ ਹੱਟ ਖੋਲ ਲੈਂਦਾ, ਸ਼ਾਹੂਕਾਰ ਬਣਦਾ। ਹਾਂਜੀ ਆਂਦੇ ਹੋਣੀ ਜਪ ਐ ਮਹਾਰਾਜ ਮੈਂ ਆਪਣੇ ਪੁੱਤਾਂ ਨਾਲ ਵਿਆਹ ਨਹੀਂ ਕਰਨਾ। ਵਿਆਹ ਹੋ ਗਿਆ ਜੀ। ਆਂਦੇ ਵੀ ਵਿਆਹ ਹੋ ਗਿਆ ਹੁਣ। ਆਂਦੇ ਹੁਣ ਮਹਾਰਾਜ ਪੁੱਤ ਪੁੱਤਰਾਂ ਤੋਂ ਪੂਰੀ ਰੱਖੀ, ਪੁੱਤ ਪੁੱਤਰੇ ਵਾਲਾ ਹੋ ਜਾਂਦਾ। ਆਂਦੇ ਹੋਣੀ ਜਪ ਉਹਨਾਂ ਨੂੰ ਮਹਾਰਾਜ ਪੁੱਤ ਪੁੱਤਰੇ ਪਾਲਣੇ, ਉਹਨਾਂ ਨੂੰ ਪਾਲਣੇ ਵੀ ਲੈਤਨ ਗਾਈ ਲੈ ਆਉਂਦਾ। ਹਾਂਜੀ ਗਾਈ ਨੂੰ ਹਰ ਵੇਲੇ ਬਾਹਰ ਖੜਨਾ, ਪੋਤਰਿਆਂ ਨੂੰ ਲੈ ਜਾਣਾ, ਇਸ ਤਰ੍ਹਾਂ। ਹਾਂਜੀ ਉਹਨੂੰ ਕਦੀ ਨਵਾਉਣਾ, ਕਦੀ ਪਾਣੀ ਵਿਖਾਉਣਾ। ਹਾਂਜੀ ਕਦੇ ਉਹਦੀ ਧਾਰ ਕੱਢਣੀ ਆਪੇ। ਹਾਂਜੀ ਇੱਕ ਦਿਨ ਧਾਰ ਕੱਢਣ ਦੇ ਆ ਤੇ ਮਹਾਰਾਜ ਧਾਰ ਕੱਢਦਿਆਂ ਨਾ ਰੂਹ ਜਿਹੜੀ ਮਹਾਰਾਜ ਬਹੁਤ ਦਾ ਟਾਈਮ ਆ। ਰੂਹ ਹੁਣ ਗਾਈ ਚ ਹੁੰਦੀ, ਗਾਈ ਦੇ ਪੇਟ ਚ ਵੱਛਾ ਹੁੰਦਾ। ਹਾਂਜੀ ਉਹ ਜਿਹੜੀ ਰੂਹ ਵੱਛੇ ਚ ਚਲੇ ਜਾਂਦੀ। ਜਿੱਦਾਂ ਦੇ ਆਂਦੇ ਸੁਰਤੀ ਉਦਾਂ ਦੀ ਅੱਗੇ ਖੇਡ ਰਚੀ ਜਾਂਦੀ। ਉਹ ਜਨਮ ਲੈਂਦਾ ਵੱਛਾ, ਹਾਂਜੀ ਉਹਨੂੰ ਵੱਡਿਆ ਕਰਦੇ ਆ ਪੁੱਤ।
ਵੱਡਿਆਂ ਕਰਕੇ ਤੇ ਗਲ 'ਚ ਪੰਜਾਲੀ ਪਾ ਦਿੰਦੇ, ਚੱਲ ਬਹਿ। ਪਿੱਛੇ ਹਾਲ ਬੋਲਦਾ ਨਹੀਂ ਪਾਉਂਦੇ, ਪਛਾਣ ਮੁੜ ਕੇ ਵੇਖਦਾ ਓਏ ਮੈਂ ਤੁਹਾਡਾ ਦਾਦਾ, ਉਹਦਾ ਨੂੰ ਟਾਂਗ ਫੇਰਦੇ ਬੁਖੜਾ ਪੈਂਦਾ ਜੀ ਮਰ। ਜਦੋਂ ਉਹਨਾਂ ਵੇਖਿਆ ਵੀ 4 ਸਾਲ ਬਾਅਦ ਲਿਆ ਆ, ਉਹ ਅੱਗੇ ਕੋਲੂ ਵਾਲੇ ਨੂੰ ਵੇਚ ਦਿੰਦੇ। ਤੇਲ ਵੀ ਪਹਿਲਾਂ ਬੋਲਦਾ ਨਹੀਂ ਕੱਢਦੇ। ਹਾਂਜੀ ਕੋਲੂ ਵਾਲਾ ਵੀ ਚੰਗਾ ਉਹਨੂੰ ਵਾਹੁੰਦਾ ਜੀ। ਕੋਲੂ ਵਾਲਾ ਜਦੋਂ ਵਾਹੁੰਦਾ ਤੇ ਮਹਾਰਾਜ ਫਿਰ ਉਹ ਕਸਾਈ ਨੂੰ ਵੇਚ ਦਿੰਦਾ। ਮੇਰੇ ਜੋਗਾਂ ਕਸਾਈ ਮੀਟ ਬਣਾ ਕੇ ਤੇ ਵੇਚ ਦਿੰਦਾ, ਖਲ ਨਗਾਰੇ ਵਾਲੇ ਨੂੰ ਦੇ ਦਿੰਦਾ, ਨਗਾਰੇ ਤੇ ਚਾੜ ਦਿੰਦਾ, ਖਾਲੋਂ ਮਾਰਦਾ। ਹਾਂਜੀ ਭਗਤ ਕਬੀਰ ਤਾਂ ਕਮਾਲਾ ਉਧਰੋਂ ਲੰਘਦੇ, ਆਂਦੇ ਕਮਾ ਲਿਆ ਆ ਪਤਾ ਕਹਿੰਦੇ ਖਲ ਨੂੰ ਮਾਰ ਪੈਣ ਦੇ। ਆਂਦੇ ਕੌਣ? ਆਂਦੇ ਉਹ ਸ਼ਾਹੂਕਾਰ ਜਿਹਨੂੰ ਇਹ ਸਮਝਾਉਣ ਚਾਹੁੰਦੇ ਆ। ਮਾਰਾ ਮੈਨੂੰ ਵੀ ਦੱਸੋ ਕਿਸ ਤਰ੍ਹਾਂ। ਆਂਦੇ ਸਮਝਾਉਂਦੇ ਨਾਮ ਜਪ, ਬੜੇ ਖੇੜੇ ਨੇ ਰਸੇ। ਅਸੀਂ ਕਿਹਾ ਵੀ ਨਾਮ ਜਪ ਪੁੱਤ ਪੋਤਰੇ ਵਾਲਾ ਹੋਵੇ। ਆਂਦਾ ਮੈਂ ਪੋਤਰੇ ਪਾਲ ਕੇ ਫਿਰ ਜਪ। ਪੋਤਰਾਂ ਨੂੰ ਦੁੱਧ ਪਿਲਾਉਣ ਦੀ ਬਰਾਤ ਨੂੰ ਗਾਂ ਲਿਆ। ਹਾਂਜੀ, ਗਾਂ ਦੀ ਧਾਰ ਕੱਢਦਿਆਂ ਮਹਾਰਾਜ ਗਾਂ ਦੇ ਪੇਟ 'ਚ ਬੱਚਾ ਦਾ ਬੱਚੇ ਜ਼ਰੂਰ। ਫਿਰ ਪਿਤਾ ਜੀ ਆਂਦੇ ਇਹਨੂੰ ਵੱਡਿਆਂ ਕਰਕੇ ਫਿਰ ਆਂਦੇ ਵਿਗਾਉਂਦੇ ਆ, ਫਿਰ ਇਹ ਕੋਲੂ ਵਾਲੇ ਨੂੰ ਵੇਚ ਦਿੰਦੇ। ਇਹ ਕੋਲੂ ਵਾਲਾ ਆਂਦੇ ਵੀ ਅੱਗੇ ਸਾਈ ਨੂੰ ਵੇਚ ਦਿੰਦਾ, ਸਾਈ ਮੀਟ ਬਣਾ ਕੇ ਤੇ ਵੇਚ ਦਿੰਦਾ ਤੇ ਖਾ ਲਾ ਹੀ ਬੱਚੇ। ਆਂਦੇ ਪਿਤਾ ਜੀ ਇੰਨੇ ਸਾਲ 2-3 ਸਾਲ ਮਰੇ ਨੂੰ ਹੋਣਗੇ, ਚਲੋ ਹੁਣ ਹੀ ਬਖਸ਼ ਦੋ, ਹੁਣ ਰੂਹ ਦੀ ਕਿੱਥੇ। ਆਂਦੇ ਬਖਸ਼ ਦਾਂਗੇ, ਪਰ ਪਰਮਾਤਮਾ ਦਾ ਨਾਮ ਜਪਣ ਨੂੰ ਤਿਆਰ ਹੋ, ਅੰਤਰ ਧਿਆਨ ਹੋ ਕੇ ਬਹਿੰਦੇ। ਆਂਦੇ ਕਮਾ ਲਿਆ ਕੁੱਤੇ ਦੀ ਚੁੰਨੇ ਪਿਆ। ਆਂਦੇ ਬੈਠਾ ਕਿੱਥੇ? ਆਪਣਾ ਤੇ ਆਪਣੀ ਦੁਕਾਨ ਅੱਗੇ। ਆਂਦੇ ਬਖਸ਼ ਤੋਂ ਮਹਾਰਾਜ। ਆਂਦੇ ਚਲੋ ਗਏ ਜੀ, ਉਹਦੇ ਕੰਨ 'ਚ ਜਾ ਕੇ ਆਂਦੇ ਓਏ ਨਾਮ ਜਪੇਗਾ? ਸਿਰ ਮਾਰਦਾ ਕੁੱਤਾ। ਆਂਦਾ ਮੈਂ ਜਪਣਾ। ਆਂਦੇ ਕਿਉਂ? ਆਂਦੇ ਮੇਰੇ ਪੁੱਤ ਪੋਤਰੇ ਦੇ ਟਾਈਮ ਨਾਲ ਦੁਕਾਨ ਨੂੰ ਤਾਲਾ ਵੀ ਨਹੀਂ ਮਾਰਦੇ, ਮੈਂ ਤੇ ਰਾਖੀ ਬੈਠਾ। ਰੱਬ ਦਾ ਕੀ ਦੋਸ਼ ਹੈ? ਗੁਰੂਆਂ ਦਾ ਕੀ ਦੋਸ਼? ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੇ। ਕੁੱਤੇ ਨੂੰ ਰਾਜ ਭਾਗ ਦੇ ਦੋ ਨਾ, ਆਂਦਾ ਜੋ ਚੱਕੀ ਚੱਟਣ 'ਚ ਸਵਾਦ ਹੈ ਨਾ ਆਟਾ ਚੱਟਣ 'ਚ। ਕੁੱਤਾ ਚੱਕੀ ਬੜੀ ਵਧੀਆ ਢੰਗ ਨਾਲ ਚੱਟਦਾ ਆਟਾ। ਹਾਂਜੀ ਆਂਦਾ ਰਾਜ ਕਰਨ 'ਚ ਸਵਾਦ ਨਹੀਂ, ਚੱਕੀ ਚੱਟਣ 'ਚ ਸਵਾਦ। ਚੱਕੀ ਕੀ ਆ? ਦੁਨੀਆਦਾਰੀ। ਰਾਜ ਕੀ ਆ? ਜਿਹੜਾ ਰੱਬ ਦੀ ਭਗਤੀ ਕਰਦਾ ਉਹਨੂੰ ਰਾਜ ਭਾਗ। ਕੁੱਤੇ ਕੌਣ ਆ? ਜਿਹੜੇ ਦੁਨੀਆਦਾਰ ਲੋਕ ਆ, ਜਿਹੜੇ ਰੱਬ ਦੀ ਭਗਤੀ ਕਰਦੇ। ਦੁਨੀਆ ਦੀ ਚੱਕੀ ਚੱਟਣ 'ਚ ਸਵਾਦ ਆਉਂਦੇ ਆ। ਤੇ ਜਿਹਨਾਂ ਨੂੰ ਨਾਮ 'ਚ ਸਵਾਦ ਹੈ, ਬਾਬਾ ਫਰੀਦ ਕੀ ਕਹਿੰਦੇ? ਫਰੀਦਾ ਸ਼ੱਕਰ ਖੰਡ ਨਵਾਤ ਮਾਖੀਓ ਮਾਝਾ ਦੁੱਧ, ਸਭੇ ਅਵਸਥਾ ਮਿੱਠੀਆਂ ਰੱਬ ਨਾ ਪੁੱਜਣ ਦੁੱਧ। ਬਾਬਾ ਫਰੀਦ ਆਂਦੇ ਫਰੀਦਾ ਸ਼ੱਕਰ ਵੀ ਬੜੀ, ਖੰਡ ਨਵਾਤ, ਹਾਂਜੀ ਮਿਸ਼ਰੀ, ਮਾਖੀਓ ਛੋਟੀ ਮੱਕੀ ਦਾ ਸ਼ਾਦ ਵੀ ਬੜਾ ਮਿੱਠਾ, ਮਾਝਾ ਦੁੱਧ ਵੀ ਬੜਾ ਮਿੱਠਾ। ਹਾਂਜੀ ਪਰ ਜੋ ਸਾਨੂੰ ਰੱਬ ਦੇ ਨਾਮ 'ਚ ਭਗਤੀ 'ਚ ਮਿਠਾਸ ਆਉਂਦੀ ਹੈ, ਸਾਨੂੰ ਸਾਰੀਆਂ ਚੀਜ਼ਾਂ ਫਿੱਕੀਆਂ ਲੱਗਦੀਆਂ। ਬਾਬੇ ਨਾਨਕ ਦਾ ਵੀ ਸ਼ਲੋਕ ਹੈ ਨਾ, ਭੰਗਤ ਧੂਰਾ ਸੁਰੇ ਪਾਨ ਉਤਰ ਜਾਤ ਪ੍ਰਭਾਤ। ਭੰਗ ਦਾ, ਧਤੂਰੇ ਦਾ, ਸ਼ਰਾਬ ਦਾ ਨਸ਼ਾ ਰਾਤ ਨੂੰ ਵੀ ਸਵੇਰੇ ਉਤਰ ਜਾਂਦਾ। ਭੰਗ ਦਾ ਧੂਰਾ ਸੁਰੇ ਪਾਨ ਉਤਰ ਜਾਤ ਪ੍ਰਭਾਤ, ਨਾਮ ਖਮਾਰੀ ਨਾਨਕਾ ਚੜੀ ਦਿਨ ਰਾਤ। ਅਸੀਂ ਉਹ ਨਸ਼ਾ ਕੀਤਾ, ਬਾਬਾ ਨਾਨਕ ਆਂਦੇ ਪਰਮਾਤਮਾ ਦੇ ਨਾਂ ਦਾ, ਵਾਹਿਗੁਰੂ ਦਾ, ਸਾਡਾ ਉਤਰਦਾ ਹੀ ਨਹੀਂ। ਜਿਹਨੂੰ ਆਨੰਦ ਆਉਂਦੇ ਆ ਭਗਤੀ ਦੇ ਵਿੱਚ, ਉਹ ਤੇ ਆਂਦਾ ਜਾਓ, ਦੁਨੀਆ ਨੂੰ ਆਂਦਾ ਭੱਜੋ। ਤਾਂ ਸੰਤ ਪੀਰ ਪਹਾੜਾਂ ਚੜ ਕੇ ਦੁਨੀਆ ਤੋਂ ਲਗੇ। ਰਬੀਆ ਬਸਰੀ ਨੂੰ ਜਦੋਂ ਰੱਬ ਦੇ ਨਾਂ 'ਚ ਸਵਾਦ ਆਉਣ ਲੱਗਾ ਨਾ, ਰਬੀਆ ਨੇ ਬੂਹਾ ਮਾਰ ਲਿਆ। 1 ਦਿਨ 2 ਦਿਨ 4 ਦਿਨ 5 ਦਿਨ ਰਬੀਆ ਬਾਹਰ ਨਹੀਂ ਨਿਕਲੀ, ਬੂਹਾ ਖੜਕਾਇਆ ਭੈਣਾਂ ਨੇ। ਰਬੀਆ ਨੇ ਜਦੋਂ ਵੇਖਿਆ ਵੀ ਸੁੱਤੀ ਟੁੱਟੀ ਬੂਹਾ ਖੜਕਾਉਂਦੇ, ਨਿਕਲੀ ਬਾਹਰ। ਕੀ ਗੱਲ ਆਂਦੇ? ਆਂਦੇ ਰਬੀਆ ਤੂੰ ਅੰਦਰ ਵੜ ਕੇ ਬੈਠ ਗਈ, ਅੰਦਰ ਵੜ ਕੇ ਬੈਠ ਗਈ। ਮੈਨੂੰ ਮਜ਼ਾ ਆਉਂਦਾ। ਆਂਦੇ ਬਾਹਰ ਵੀ ਵੇਖ, ਬਾਹਰ ਕੀ ਵੇਖਾਂ ਮੈਂ ਤਾਂ ਹੁਣ ਰੱਬ ਕਰਨ ਦੇ। ਆਂਦੇ ਰੱਬ ਦੀਆਂ ਚੀਜ਼ਾਂ ਬਣਾਈਆਂ ਹੋਵੇ, ਉਹਨੇ ਕਿਹੜੇ ਕਿਹੜੇ ਸੋਹਣੇ ਝਰਨੇ, ਪੇੜ ਪੌਦੇ, ਕਿਹੜੇ ਕਿਹੜੇ ਸੋਹਣੇ ਹਿੰਦ ਪ੍ਰਿੰਦ ਚਰਿੰਦ, ਕਿਹੜੇ ਕਿਹੜੇ ਸੋਹਣੀਆਂ ਮਰਦ, ਕਿਹੜੇ ਕਿਹੜੇ ਸੋਹਣੀਆਂ ਔਰਤਾਂ ਪੈਦਾ ਕੀਤੀਆਂ। ਬਾਹਰ ਨਿਕਲ ਕੇ ਵੇਖ। ਰਬੀਆ ਆਖਣ ਲੱਗੇ ਅੱਛਾ ਉਹਦੀ ਬਣਾਈ ਬੜੀ ਦੁਨੀਆ ਸੋਹਣੀ। ਆਂਦੇ ਵੀ ਹਾਂ। ਆਂਦੇ ਮੈਨੂੰ ਇਹ ਦੱਸੋ ਬਣਾਉਣ ਵਾਲਾ ਕਿੰਨਾ ਸੋਹਣਾ ਹੋਊ। ਆਂਦੇ ਇਹਦਾ ਕੀ ਮਤਲਬ? ਆਂਦੇ ਹੁਣ ਮੈਂ ਬਣਾਉਣ ਵਾਲੇ ਨੂੰ ਵੇਖ ਲਈ, ਤੁਸੀਂ ਉਹਦੀਆਂ ਬੜੀਆਂ ਚੀਜ਼ਾਂ ਹਾਂਜੀ ਕਿਉਂ? ਜਿੰਨੀਆਂ ਉਹਨੇ ਦੁਨੀਆ ਰੱਬ ਦੇ ਚੀਜ਼ਾਂ ਮਾਲਕ ਨੇ ਬਣਾਈਆਂ, ਇੱਕ ਦਿਨ ਖਤਮ ਹੋਣੀਆਂ ਨਾ ਹੋਣੀਆਂ, ਤੇ ਜਿਹੜਾ ਬਣਾਉਣ ਵਾਲਾ ਉਹ ਸਦਾ ਰਹਿਣ ਵਾਲਾ।
आंदे मैं हुण बनाउण वाले नूं वेखण दे ओहदे नाल प्रेम पा बैठा जिन्हें बनाउण वाले नाल प्रेम पा लिया ना ਉਹਦੀਆਂ ਬਣੀਆਂ ਚੀਜ਼ਾਂ ਚ ਨਹੀਂ ਵੜਦਾ ਕਿਉਂ ਇਹਨਾਂ ਅੱਖਾਂ ਨਾਲ ਜਿਹੜੀਆਂ ਚੀਜ਼ਾਂ ਹੀ ਵੇਖਣ ਦੇ ਨਾ ਜਿਹੜੀਆਂ ਅੱਖਾਂ ਨਾਲ ਚੀਜ਼ਾਂ ਵੇਖਣ ਦੇ ਉਹ ਨਾਸ਼ਵਾਨ ਖਤਮ ਹੋਣਾ ਤੇ ਜਿਹੜੀ ਚੀਜ਼ ਇਹਨਾਂ ਅੱਖਾਂ ਨਾਲ ਨਜ਼ਰ ਨਹੀਂ ਆਉਂਦੀ ਪ੍ਰਮਾਤਮਾ ਸਦਾ ਰਹਿਣ ਵਾਲਾ ਆ ਉਹਦੇ ਨਾਲ ਪ੍ਰੇਮ ਪਾਉਣ ਵਾਲੀ ਗੱਲ ਹੈ ਤੁਸੀਂ ਵੀ ਸਦਾ ਉਹ ਸੁਣਨ ਲਈ ਕੀ ਕਰਨਾ ਪੈਣਾ ਆਂਖ ਕਾਨ ਮੂੰਹ ਬੰਦ ਕਰਾਓ ਅਨਹਦ ਝੀਂਗਾ ਸ਼ਬਦ ਸੁਣਾਓ ਉਹਨੂੰ ਵੇਖਣ ਲਈ ਦੁਨੀਆ ਵਾਲੀਆਂ ਅੱਖਾਂ ਬੰਦ ਕਰਨੀਆਂ ਪੈਣੀਆਂ ਉਹਨੂੰ ਵੇਖਣ ਲਈ ਦੁਨੀਆ ਵਾਲੇ ਕੰਨ ਬੰਦ ਕਰਨੇ ਪੈਣੇ ਉਹਨੂੰ ਵੇਖਣ ਲਈ ਦੁਨੀਆ ਵਾਲਾ ਮੂੰਹ ਬੰਦ ਕਰਨਾ ਪੈਣਾ ਫਿਰ ਉਹ ਅੰਦਰੋਂ ਤੁਹਾਨੂੰ ਸੁਣਨੀ ਫਿਰ ਸਵਾਦ ਆਉਣਾ ਜੇ ਦੁਨੀਆ ਦੀ ਚੀਜ਼ਾਂ ਜੋ ਲਾਈਟਾਂ ਲੱਭਦੇ ਰਹੇ ਨਾ ਦੁਨੀਆ ਦੀ ਚੀਜ਼ਾਂ ਨਜ਼ਾਰਾ ਲੱਭਦੇ ਰਹੇ ਫਿਰ ਉਹ ਨਜ਼ਾਰਾ ਨਹੀਂ ਆਉਣਾ ਨਜ਼ਾਰਾ ਇੱਕੋ ਹੀ ਮਿਲਣਾ ਜਾਂ ਰੱਬ ਵਾਲਾ ਲੈ ਲਓ ਜਾਂ ਜੱਗ ਵਾਲਾ ਲੈ ਲਓ ਰੱਬ ਵਾਲਾ ਜਿਹੜਾ ਸਦਾ ਵਾਲਾ ਜੱਗ ਵਾਲਾ ਥੋੜੇ ਚਿਰ ਪਰ ਜਿੰਨਾ ਭਗਤੀ ਕੀਤੀ ਆ ਬਾਬਾ ਦੀਪ ਸਿੰਘ ਵਰਗਿਆਂ ਵੇਖੋ ਸਿਰ ਤਲੇ ਤੇ ਰੱਖ ਕੇ ਲੜੇ 26 ਸਾਲ ਉਹਨਾਂ ਨੂੰ ਭੋਰਾ ਕੱਟਿਆ ਬਾਬਾ ਬਕਾਲੇ ਗੁਰੂ ਤੇਗ ਬਹਾਦਰ ਨੇ ਭੋਰਾ ਕੱਟਿਆ ਉਹਨਾਂ ਨੂੰ ਕੱਟਣ ਦੀ ਕੀ ਲੋੜ ਹੀ ਭਗਤੀ ਕਰੀ ਜੇ ਭਗਤੀ ਕੀਤੀ ਬਿਨਾਂ ਹੀ ਕੰਮ ਸਰ ਜਾਂਦਾ ਫਿਰ ਉਹਨਾਂ ਨੂੰ ਲੋੜ ਸੀ ਕਹੇ ਨਾਨਕ ਕੇ ਤਤ ਵਿਚਾਰਾ ਬਿਨ ਹਰੀ ਭਜਨ ਨਹੀਂ ਛੁੱਟਦਾ ਹृदय रविदास लेते कई जन्म बिछड़े थे माधो जन्म तुम्हारे लेके महाराज रब तेरे नाल मैं कई जन्मां तो बिछड़िया सा ये जन्म तेरे लेखे 8 घड़ियां 4 घड़ियां दिन ते 4 घड़ियां रहा अं अद्धी घड़ी भी नहीं करते भगत गुरिया के अद्धी तो अद्धी करो अद्धी तो अद्धी करो गुरु रविदास कहा जे होणगे जिन्ना सारी उमर ही रब लेके ला माँ प्यो ने कहा भी काम तो कोई करता नहीं भगती करता रहिंदा ब्याह कर अं भी कहने भजन पहुंच आपे संभल ब्याह करता दोना जुड़ के चल वो मनण वाली जी घर वाली वो भी भगत उन्हें गए तो साढ़े पेटे पै गए अड्ड कर दो अड्ड करता कुली ला ली रोटी तो खानी जुत्तियां कढ़ ला पर जी अंदरों धुन बजन की भगती की नाम की वो नहीं छड्डी क्यों जिन्हों ये नज़ारा आ गया ना दुनिया के नज़ारिया तो बरी हो पर नज़ारा एको मिलना राशि च रब कहता जां मैनू लै लो तो दुनिया खरीद शराब दुनिया की पी लो जां मेरे घर च आन एको मिल जिन्हें इत्थे पीली शराब रब घर नहीं मिलनी रब कहते सोहठ वो केसर कस्तूरी नहर उत्थे चलन दियां जनक च ਉਹਨੂੰ ਫਰਿਸ਼ਤੇ ਮੇਰੇ ਪਿਉਣ ਉਹਦੇ ਨਾਲ ਪੀ ਕੇ ਉਹ ਬੜਬੜਾਏਗਾ ਨਹੀਂ ਉਹਦੇ ਨਾਲ ਪੀ ਕੇ ਉਹ ਗਲ ਮੰਦਾ ਨਹੀਂ ਕਿਸੇ ਨੂੰ ਕੱਢੇਗਾ ਉਹਨੂੰ ਪੀ ਕੇ ਉਹਨੂੰ ਸਿਰ ਪੀੜ ਨਹੀਂ ਹੋਏਗੀ ਉਹਦੇ ਨਾਲ ਪੀ ਕੇ ਉਹਨੂੰ ਖੁਮਾਰੀ ਚੜੇ ਪੀਣੀ ਪੀਤੀ ਪਰ ਇੱਕੋ ਜਾਣੀ ਜਾਂ ਮੇਰੇ ਵਾਲੀ ਪੀ ਲਓ ਜੰਨਤਾਂ 'ਚ ਜਾਂ ਫਿਰ ਦੁਨੀਆ ਵਾਲੀ ਪੀ ਅਸੀਂ ਕਹਿੰਦੇ ਨਹੀਂ ਦੁਨੀਆ ਵਾਲੀ ਪੀਣੀ ਫਿਰ ਉਹ ਨਹੀਂ ਮਿਲੀ अली दी नाम की आखते हैं देखो कि अं अली के घराने मानने मानते अं तो उन्होंने गल से चलते अली दी नाम की कहता भी एक खूह आ एक शराब की बोतल दी 4 बूंदा सुट दो मौत आंदे पानी नहीं पीऊंगा सारी उम्र पानी नहीं पीऊंगा शराब की 4 बूंदा फिर आंदे एक खूह आ शराब की बोतल सुट दो खेती को पानी दो जिस सब्जियां उगंदियां आंदे मैं सब्जी नहीं खाऊंगा बरीकी 2 बूंदा भी चल गया तब भी गुनाह जो रब लिख रहा शराब पीना मामूली हराम है जुआ खेडना हराम है ब्याज लेना देना हराम है फिर अली दी जनाब एक होर गल कहते भी दोजख दे विच दोजख कहंदे नरकां च ऊठ ऊठ जिहड़े बिच्छू आ जिन्ना भगती नहीं की जिन्ना माड़े काम किए डंग मारनगे दुनिया के 100 साल के बराबर आते उन्होंने दर्द होंगे फिर पहाड़ पहाड़ जिडे उत्थे अजगर हासा पिया जिहड़े फूक मारनगे अग मुगड़नगे डंग के नाल ही अग के नाल ही बंदा 100 साल दुनिया की तरफ अली की गल अली की जनाब की भी गल मनो नारा मारने या अली तो फिर मनो इस गल
ਭਗਤੀ ਜ਼ਰੂਰੀ ਹਾਂਜੀ ਕਰਕੇ ਬੰਦਾ ਗੁਰ ਸੇਵਾ ਤੇ ਭਗਤ ਕਮਾਈ ਤਾਂ ਹੀ ਮਾਨਸ ਦੇਹ ਪਾਏ। ਬਾਬਾ ਨਾਨਕ ਲਿਖਦੇ ਗੁਰੂ ਦੀ ਸੇਵਾ ਤੇ ਭਗਤੀ ਕਰਨ ਨੂੰ ਇਹ ਦੇਹ ਮਿਲੀ ਆ, ਬਾਕੀ ਸਾਰੇ ਕੰਮ ਡੰਗਰ ਵੀ ਕਰਨ ਦੇ। ਬਾਕੀ ਕੰਮ ਡੰਗਰ ਵੀ ਕਰਦੇ ਆ। ਪਰ ਕਦੀ ਵੇਖਿਆ ਕੁੱਤਾ ਮਹਾਰਾਜ ਮਸੀਤੇ ਗਿਆ? ਕਦੀ ਵੇਖਿਆ ਊਠ ਮਸੀਤੇ ਗਿਆ? ਕਦੇ ਵੇਖਿਆ ਮਹਾਰਾਜ ਮੱਝ ਮੰਦਰ ਚ ਗਈ? ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ ਇਹ ਗੱਲ। ਅਸੀਂ ਜਾਣੇ, ਅਸੀਂ ਜਪ ਸਕਦੇ। ਬੰਦਾ ਸਿਰਫ ਮਖਲੂਕਾਤ ਸਭ ਤੋਂ ਸ੍ਰੇਸ਼ਟ ਆ, ਇਹਦੇ ਵਿੱਚ ਜਾ ਪਿਆ ਕਰ ਸਕਦਾ, ਮੁਕਤ ਹੋ ਸਕਦਾ। ਇਹਦੇ 84 ਲੱਖ ਜੂਨਾਂ ਤਿਆਰ। ਭਗਵਾਨ ਕ੍ਰਿਸ਼ਨ ਸੀ ਨਾ, ਅਰਜਨ ਪੁੱਛਣ ਲੱਗੇ ਮਹਾਰਾਜ ਬੰਦਾ ਜਦੋਂ ਮਰਦੇ ਦੀ ਰੂਹ ਕਿੱਥੇ ਜਾਂਦੀ? ਆਂਦੇ ਕੁਐਸਚਨ ਲਾ ਕੇ ਫਿਰਦੀ ਰਹਿੰਦੀ। ਆਂਦੇ ਪਰ ਇੰਨੀ ਘਰ ਵਾਲੀਆਂ ਰੋਂਦੀ ਐ, ਜੇ ਹੋਰ ਬੱਚੇ ਰੋਂਦੇ ਪ੍ਰਵੇਸ਼ ਕਿਉਂ ਨਹੀਂ ਕਰਦਾ ਵਿੱਚ? ਜਿਹਦਾ ਕਿਉਂ ਨਹੀਂ ਹੁੰਦਾ? ਆਂਦੇ ਅਰਜਨ ਕਦੀ ਸੱਪ ਨੂੰ ਕੁੰਝ ਲਾਉਂਦੇ ਵੇਖੇ? ਆਂਦੇ ਹਾਂ ਮਹਾਰਾਜ। ਆਂਦੇ ਕਿਸ ਤਰ੍ਹਾਂ ਲਾਉਂਦਾ? ਆਂਦੇ ਕਦੀ ਪੱਥਰਾਂ 'ਚ ਫਸਦਾ, ਕਦੀ ਮਹਾਰਾਜ ਉਹ ਜਾ ਕੇ ਰੋੜਾਂ 'ਚ ਫਸਦਾ, ਕਦੀ ਇੱਟਾਂ 'ਚ ਫਸਦਾ। ਫਿਰ ਆਂਦੇ ਔਖੀ ਲਾਉਂਦਾ ਨਾ? ਆਂਦੇ ਬੜੀ ਔਖੀ ਹੋ ਗਈ ਲਾਉਂਦਾ। ਆਂਦੇ ਸਭ ਬੜੀ ਔਖੀ ਹੋ ਗੱਲੋਂ ਚਲਾਉਂਦਾ। ਆਂਦੇ ਪਿਆ ਆਂਦੇ ਫਿਰ ਉਹ ਲਾਗੇ ਫਿਰਦਾ ਰਹਿੰਦਾ। ਆਂਦੇ ਫਿਰ ਵਿੱਚ ਵੜਨ ਨੂੰ ਤਿਆਰ ਹੁੰਦਾ ਦੁਬਾਰਾ? ਆਂਦੇ ਕਿਉਂ? ਆਂਦੇ ਪਹਿਲਾਂ ਬੜੀ ਔਖੀ ਲਾਈ। ਆਂਦੇ ਏਦਾਂ ਹੀ ਅਰਜਨ ਬੰਦੇ ਦੇ ਰੂ ਲਾਗੇ ਫਿਰਦੀ ਰਹਿੰਦੀ ਹੈ, ਪਰ ਜਿਹਨੇ ਨਾਮ ਨਹੀਂ ਜਪਿਆ, ਭਗਤੀ ਨਹੀਂ ਕੀਤੀ, ਦੁੱਖ ਕਸ਼ਟ ਉਠਾਏ ਆ, ਉਹ ਵੜਨ ਨੂੰ ਤਿਆਰ ਨਹੀਂ ਹੁੰਦਾ। ਪਹਿਲਾਂ ਬੜਾ ਔਖਾ ਨਿਕਲਿਆ। ਆਂਦੇ ਅਰਜਨ ਇਹ ਬੰਦਾ ਪੁੱਠਾ ਲੱਗਾ ਹੈ, ਬੰਦਾ ਪੁੱਠਾ ਲੱਗਾ ਹੈ। ਇਹ ਕਿਸ ਤਰ੍ਹਾਂ? ਆਂਦੇ ਦਰਖਤ ਦੀਆਂ ਜੜਾਂ ਹੁੰਦੀਆਂ ਥੱਲੇ ਨੂੰ ਹੁੰਦੀਆਂ, ਬੰਦੇ ਦੀ ਜੜਾਂ ਨਹੀਂ ਤਾਂ। ਹਾਂਜੀ ਦਰਖਤਾਂ ਦੀ ਠਾਂ ਨੂੰ। ਆਂਦੇ ਬੰਦਾ ਪੁੱਠਾ ਲੱਗਾ, ਕਿਤੇ ਗੁਰੂ ਮਹਾਰਾਜ ਨੂੰ ਕਿਤੇ ਸਿੱਧਾ ਕਰਕੇ ਲਾ ਦੇਣਾ, ਇਹਨੂੰ ਫਲ ਫੁੱਲ ਲੱਗ ਜਾਣੇ ਤੇ ਕਿਤੇ ਵਾਧਾ ਵਿਕਾਸ ਹੋ। ਇਹਨਾਂ ਗੁਰੂ ਤੋਂ ਬਿਨਾਂ ਪੁੱਠਾ ਹੀ ਲੱਗਾ। ਹਾਂਜੀ ਗੁਰੂ ਨੇ ਸਿੱਧਾ ਕਰ ਦਿੱਤਾ। 12 ਸਾਲ ਰਹੇ संतन की टोली, फिर भी नहीं आई संतन की बोली। 12 साल संतन की टोली चली, बोली नहीं आती। फिर अजकल के 2 दिन चेले हो गए, मेरा भुले पा बंदे, बोली नहीं आती संतान करके। गुरु बनना तो बड़ी औखी गल। चार तरह के गुरु दस गुरु हरगोबिंद साहब चौथे पातशाह। चंदन गुरु, चंदन के लागे जिन्ने बूटे सारे चंदन ही हो जाते, खुशबू आनी शुरू हो जाती। मतलब गुरुओं की संगत जोड़े आते उन्होंने वर्गे हो जाते हैं, पर लागे बांस का बूटा होंगे चो खुशबू नहीं। जिन्हें को फर्क फिर भी रख जाते, वो भी आते पूर्ण। दूसरे दसन दे पारस गुरु, पारस लोहे में सुहा दो सोना बन जाता, पारस तो पारस नहीं बनया, फर्क फिर भी सोना बन गया, पारस नहीं ना बनया। एक दसन दे भृगी गुरु, भृगी जिहड़ी घर च मिट्टी का घर बनाउंदी, घर बनाउंदी उहदे च बच्चे अपने नहीं हुंदे, बच्चे खास किस्म का कीड़ा चुकदी उहदे विच रखदे, फिर पी पी दी आवाज़ सुणाउंदी है। ਜਿਹੜੀ ਤੇ ਆਵਾਜ਼ ਉਹਦੇ ਧਿਆਨ ਨਾਲ ਸੁਣ ਲੈਂਦਾ ਆ ਤੇ ਫਿਰ ਉਹਦਾ ਰੂਪ ਹੋ ਜਾਂਦਾ, ਜਿਹੜਾ ਨਹੀਂ ਸੁਣਦਾ ਬਾਹਰ ਕੱਢ ਕੇ ਸੁੱਟਦਾ। ਫਰਕ ਫਿਰ ਵੀ ਆ ਮਹਾਰਾਜ ਸਾਰਿਆਂ ਨੂੰ ਬਣਾਉਂਦੇ। ਫਿਰ ਚੌਥੇ ਦਸਵੇਂ ਦੀਪਕ ਗੁਰੂ, ਜੋਤੀ ਗੁਰੂ। ਦੀਪਕ ਗੁਰੂ ਇੱਕ ਦੀਪਕ ਦੀਵਾ ਬਣਦੇ ਆ, ਉਹਦੇ ਨਾਲ ਦੂਜਾ ਦੀਵਾ ਲਾ ਦਿਓ, ਜਗਾ ਦਿਓ, ਉਹਦੀ ਰੋਸ਼ਨੀ ਤੇ ਉਹਦੀ ਰੋਸ਼ਨੀ ਚ ਕੋਈ ਫਰਕ ਨਹੀਂ ਰਹਿੰਦਾ। ਮੀਨਿੰਗ ਇੱਕ ਗੁਰੂ ਹੁੰਦੇ ਜਿਹੜੇ ਆਪਣੇ ਵਰਗਾ ਕਰ ਲੈਂਦੇ, ਇੰਨੀ ਮੁਹੱਬਤ ਚੇਲੇ ਨਾਲ ਕਰਦੇ, ਫਿਰ ਉਹਦੇ ਚ ਤੇ ਉਹਦੇ ਚ ਕੋਈ ਅੰਤਰ ਹੀ ਰਹਿੰਦਾ।
ਛੇਵੀਂ ਪਾਤਸ਼ਾਹੀ ਕਹਿੰਦੇ ਆ, ਉਹ ਅਸਲੀ ਗੁਰੂ ਹੁੰਦੇ, ਜੋਤੀ ਗੁਰੂ ਦੀ ਪੂਜਾ। ਕਿਉਂ? ਸੰਤ ਕੀ ਮਹਿਮਾ ਵੇਦ ਨਾ ਜਾਣੇ, ਵੇਦ ਕੀ ਮਹਿਮਾ ਸੰਤ ਪਛਾਣੇ। ਸੰਤ ਦੀ ਮਹਿਮਾ ਵੇਦ ਨਹੀਂ ਜਾਣ ਸਕਦੇ, ਕਿਉਂਕਿ ਸੰਤਾਂ ਲਿਖੇ ਆ, ਤੇ ਸੰਤ ਵੇਦਾਂ ਦੀ ਮਹਿਮਾ ਜਾਣ ਸਕਦੇ। ਕਰਕੇ ਸਾਡੇ ਕੋਲ ਭਾਵੇਂ 4 ਦਿਨ ਗਿਆਨ ਮਸਲਾ ਕੋਈ ਗਿਆਨ ਚਿਸ਼ਤੀ ਘਰਾਣਾ ਬਾਬਾ ਫਰੀਦ ਦੀ ਗੱਦੀ ਸੁਣਦੇ ਰਹੋ, ਮੁੱਕਣਾ ਨਹੀਂ। ਹਾਂਜੀ, ਕਰਕੇ ਮਾਲਕ ਦੀ ਭਗਤੀ, ਪ੍ਰਮਾਤਮਾ ਦੀ, ਅੱਲਾਹ ਪਾਕ ਭਗਤੀ ਜ਼ਰੂਰੀ। ਕਿਉਂ? ਬਾਬਾ ਫਰੀਦ ਵੇਖੋ ਲਿਖਣ ਦੇ ਫਿਰ ਸਾਨੂੰ ਚੱਜ ਦੱਸਣ ਦੇ ਭਗਤੀ ਕਰਨ। ਪਰਵਰਦਗਾਰ ਅਪਾਰ ਅਗੰਮ ਬੇਅੰਤ ਤੂੰ, ਐ ਪਰਮਾਤਮਾ ਤੂੰ ਅਪਾਰ ਆ, ਤੇਰਾ ਪਾਰ ਨਹੀਂ ਪਾਇਆ ਜਾ ਸਕਦਾ। ਪਤਾ ਨਹੀਂ ਕਿੰਨੀਆਂ ਧਰਤੀਆਂ ਸਮਾਨ ਤੂੰ, ਪਤਾ ਨਹੀਂ ਕਿੰਨੇ ਦਰਖਤ ਪੇੜ ਪੌਦੇ, ਕਿੰਨੇ ਝਰਨੇ, ਕਿੰਨਾ ਕੁਛ ਤੂੰ ਬਣਾਤਾ, ਅਪਾਰ ਆ। ਪਰਵਰਦਗਾਰ ਅਪਾਰ ਅਗੰਮ, ਉਹ ਦੁੱਖਾਂ ਕਲੇਸ਼ਾਂ ਤੋਂ ਰਹਿਤ। ਪਰਵਰਦਗਾਰ ਅਪਾਰ ਅਗੰਮ ਬੇਅੰਤ, ਤੁਰੰਤ ਨਹੀਂ ਪਾਇਆ ਜਾ ਸਕਦਾ। ਸਾਰੇ ਸਮੁੰਦਰ ਸ਼ਾਹੀ ਬਣ ਜਾਣ, ਸਾਰੇ ਦਰਖਤ ਕਲਮ ਬਣ ਜਾਣਾ, ਪਰਮਾਤਮਾ ਤੇਰੀ ਸਿਫਤ ਫਿਰ ਵੀ ਨਹੀਂ ਲਿਖੀ ਜਾ ਸਕਦੀ। ਪਰਵਰਦਗਾਰ ਅਪਾਰ ਅਗੰਮ ਬੇਅੰਤ ਤੋਂ, ਜਿੰਨਾ ਪਿਛਾਤਾ ਚੁਮਾ ਹੱਥ ਪੈਰ ਨੂੰ, ਐ ਮੇਰੇ ਅੱਲਾਹ ਪਰਮਾਤਮਾ ਪਰਵਰਦਗਾਰ ਜਿਹਨੇ ਤੇਰੀ ਪਹਿਚਾਣ ਕੀਤੀ ਹੈ। ਵੇਖੋ ਬਾਬਾ ਫਰੀਦ ਕਹਿ ਕੇ ਆਂਦੇ ਆ, ਮੈਂ ਉਹਦੇ ਹੱਥ ਵੀ ਚੁੰਮੂਗਾ, ਉਹਦੇ ਪੈਰ ਵੀ ਚੁੰਮੂ, ਉਹਦਾ ਮੂੰਹ ਵੀ ਚੁੰਮੂ, ਜਿੰਨੇ ਅੱਲਾਹ ਤੇਰੀ ਪਹਿਚਾਣ। ਦੇਖੋ ਏਡੇ ਸ਼੍ਰੋਮਣੀ ਸੰਤ ਹੋ ਗਏ, ਉਹਦੇ ਪੈਰ ਚੁੰਮ ਨੂੰ ਤਿਆਰ ਹੈ, ਰੱਬ ਦੀ ਭਗਤੀ। ਪਰਵਰਦਗਾਰ ਅਪਾਰ ਅਗੰਮ ਬੇਅੰਤ ਤੋਂ, ਜਿੰਨਾ ਪਿਛਾਤਾ ਚੁੰਮਾ ਹੱਥ ਪੈਰ ਮੂੰਹ, ਤੇਰੀ ਪਨਾਹ। ਤਾਂ ਤੇ ਮੰਗਣ ਦੀ ਜਾਇਜ਼ ਨਹੀਂ, ਮਗਰ ਕੋ ਮੰਗਣਾ ਕੀ ਹੈ, ਪਰਮਾਤਮਾ ਕੋ ਮੰਗਣ ਦੀ। ਬਾਬਾ ਫਰੀਦ ਦੱਸਣ ਦੇ, ਤੇਰੀ ਪਨਾਹ, ਐ ਮੇਰੇ ਰੱਬ ਮੈਨੂੰ ਆਪਣੀ ਪਨਾਹ ਦੇ। 9 ਨਿਦਾ ਤੇ 12 ਸਿਦਾ ਉਹਦੇ ਕੋਲ ਨੇ ਪਰਮਾਤਮਾ। ਤੇਰੀ ਪਨਾਹ ਖੁਦਾ ਬਖਸ਼ਿੰਦਗੀ। ਕਦੀ ਰੋਜ਼ ਅਸੀਂ ਨਵੇਂ ਤੋਂ ਨਵਾਂ ਗੁਨਾਹ ਕਰਦੇ, ਕਦੀ ਉਹਦੇ ਅੱਗੇ ਮੱਥਾ ਟੇਕ ਕੇ ਇਹ ਵੀ ਕਿਹਾ, ਯਾ ਮਾਲਕਾ ਮੈਂ ਸਦੀਆਂ ਦੇ ਕੀਤੇ, ਪਿਛਲੇ ਜਨਮਾਂ ਜਨਮ ਇਸ ਤਰ੍ਹਾਂ ਦੇ ਗੁਨਾਹ ਕੀਤੇ ਆ, ਤਾਂ ਮੈਂ ਜਿਹੜੇ ਹੁਣ ਕੀਤੇ ਮਾਫ ਕਰਦੇ, ਕਦੀ ਕਿਹਾ? ਫਿਰ ਮੇਰੇ ਗੁਨਾਹ ਹੀ ਮੇਰੀ ਸਜ਼ਾ ਬਣ ਗਏ, ਤੇ ਗੁਨਾਹ ਹੀ ਦੀ ਸਜ਼ਾ ਬਣ ਗਈ। ਬਾਬਾ ਫਰੀਦ ਆਂਦੇ ਬਖਸ਼ਾ। ਉਹ ਸੰਤ ਸੀ ਨਾ, ਥੋੜੀ ਦੀ ਸਜ਼ਾ ਹੋ ਗਈ ਫਾਂਸੀ ਦੀ। ਜਦੋਂ ਫਾਂਸੀ ਦੇਣ ਲੱਗੇ ਨਾ, ਰੱਬ ਅੱਗੇ ਗਿੜਗੜਾਈ, ਯਾ ਰੱਬ ਮੈਂ ਤੇਰੀ ਇੰਨੀ ਭਗਤੀ ਕੀਤੀ, ਮੈਨੂੰ ਫਾਂਸੀ? ਮੈਂ ਤੇਰੀ ਇੰਨੀ ਭਗਤੀ ਕੀਤੀ, ਮੈਨੂੰ ਪਿਛਲੇ 3 ਜਨਮ ਵੀ ਚੇਤੇ, ਮੈਂ 3 ਜਨਮਾਂ ਚ ਕੋਈ ਮਾੜਾ ਕੰਮ ਨਹੀਂ ਕੀਤਾ, ਫਿਰ ਮੈਨੂੰ ਸਜ਼ਾ ਕਾਹਦੀ? ਰੱਬ ਦਾ ਗੌਰ ਪ੍ਰਗਟ ਹੋਇਆ ਨੂੰ, ਮੇਰੇ ਬੰਦੇ ਮੈਨੂੰ ਕਿਉਂ ਪੁਕਾਰ ਰਿਹਾ? ਰੱਬ ਮੈਨੂੰ 3 ਪਿਛਲੇ ਜਨਮ ਚੇਤੇ, ਮੈਂ ਤੇਰੀ ਇੰਨੀ ਬੰਦਗੀ ਕੀਤੀ, ਫਿਰ ਮੈਨੂੰ ਫਾਂਸੀ ਦੀ ਸਜ਼ਾ। ਇਹਨੇ ਦਾ ਹੀ ਰੱਬ ਲੋ ਆ ਬੰਦੇ, ਤੈਨੂੰ 1 ਜਨਮ, ਤੈਨੂੰ 3 ਜਨਮ ਯਾਦ ਹੈ, ਚੌਥਾ ਨਹੀਂ ਯਾਦ। ਚੌਥੇ ਜਨਮ ਚ ਤੂੰ ਕਿਸੇ ਨੂੰ ਕਤਲ ਕੀਤਾ, ਉਹਦਾ ਫਲ ਹੁਣ ਇਹ ਪਾਪ ਕਰਦੇ ਬਖਸ਼ਾਉਂਦੇ ਨਹੀਂ ਬਖਸ਼ਾ। ਬਾਬਾ ਫਰੀਦ ਦੱਸਣ ਦੇ, ਪਿਆਰ ਮੰਗੋ ਤੇਰੀ ਪਨਾਹ ਖੁਦਾ ਬਖਸ਼ਿੰਦਗੀ। ਸ਼ੇਖ ਫਰੀਦ ਖੈਰ ਦੀ ਜੇ ਬੰਦਗੀ, ਐ ਮੇਰੇ ਰੱਬ ਤੇਰੇ ਕੋਲ ਮੈਂ ਕੁਝ ਹੋਰ ਨਹੀਂ ਮੰਗਦਾ, ਤੇਰੇ ਤੋਂ ਤੇਰੀ ਬੰਦਗੀ ਮੰਗਣ ਦੇ ਆ। ਤੇਰੀ ਮੰਗੀ ਨਹੀਂ ਕੀ ਮੰਗਦੇ? ਕੋਈ ਦੁੱਧ ਮੰਗਦਾ, ਕੋਈ ਪੁੱਤ ਮੰਗਦਾ, ਆਸ਼ਕ ਮੰਗਦੇ, ਨਿਤ ਦਦਾਰ ਤੇ ਦੁਨੀਆ ਦੁੱਧ ਪੁਖਤ ਮੰਗਦੀ, ਆਸ਼ਕ ਦਦਾਰ ਮੰਗਦੀ। ਸਹੀ ਕਰੋ ਰਹਿਣ ਤੋਂ ਰਹਿਮ ਬੇਟੀ ਛੇਤੀ ਨਹੀਂ ਹੋਣੀ। 12 ਸਾਲ ਬੈਠੇ ਰਹੇ ਸੰਤ, ਫਿਰ ਨਹੀਂ ਹੋਈ, ਉਹ ਸਮਝਾਉਂਗੇ। ਫਿਰ ਮਤਲਬ ਬਾਬਾ ਫਰੀਦ ਕੀ ਆਖਦੇ, ਫਰੀਦਾ ਉਠ ਫਰੀਦਾ ਸੁੱਤਿਆ, ਸੁਬਹ ਨਮਾਜ਼ ਗੁਜ਼ਾਰ, ਜੋ ਸਿਰ ਸਾਈਂ ਨਾ ਨੇ ਸੋ ਸਿਰ ਕੱਪ ਉਤਾਰ। ਜਿਹੜਾ ਰੱਬ ਅੱਗੇ ਗੁਰੂ ਅੱਗੇ ਸਿਰ ਨਹੀਂ ਨਾ ਝੁਕਦਾ, ਬਾਬਾ ਫਰੀਦਾਂ ਦੇ ਨੂੰ ਵੱਢ ਦੇਣਾ ਚਾਹੀਦਾ, ਕੱਟਣ ਦੇ ਬਰਾਬਰ, ਸਿਰ ਧੜ ਤੇ ਰਹਿਣ ਦੇ ਬਰਾਬਰ। ਇਮਾਮ ਗਜ਼ਾਲੀ ਲਿਖਦੇ, ਕਿਤਾਬ ਚ ਉਹਨਾਂ ਲਿਖਿਆ, ਜਿਹੜਾ ਬੰਦਾ ਰੱਬ ਦੀ ਭਗਤੀ ਨਹੀਂ ਕਰਦਾ, ਬੇਗੁਨਾਹ, ਉਹਨੂੰ ਕਤਲ ਕਰ। ਚੇਲੇ ਆਖਣ ਲੱਗੇ, ਮਹਾਰਾਜ ਤੇ ਪਾਪ ਹੈ, ਗੁਨਾਹ ਹੈ। ਹਾਂਜੀ, ਆਂਦੇ ਮੈਂ ਦ੍ਰਿਸ਼ਟਾਂਤ ਦਿੱਤਾ ਇੱਕ, ਉਹ ਬੰਦੇ ਨੂੰ ਕਤਲ ਕਰ ਦਿੰਦੇ, ਕਿਉਂ? ਆਂਦੇ ਕੁੱਤੇ ਨੂੰ ਮਾਰਨਾ ਕੋਈ ਗੁਨਾਹ, ਕੱਟੇ ਨੂੰ ਮਾਰਨਾ ਕੋਈ ਗੁਨਾਹ, ਜਾਨਵਰ ਨੂੰ ਮਾਰਨਾ ਕੋਈ ਗੁਨਾਹ, ਬੱਕਰੇ ਨੂੰ ਮਾਰਦੇ ਗੁਨਾਹ? ਆਂਦੇ ਨਹੀਂ। ਆਂਦੇ ਜਿਹੜਾ ਨਾਮ ਨਹੀਂ ਜਪਦਾ ਵੀ ਫਿਰ ਡੰਗਰ ਹੀ ਆ, ਮਾਰ ਦੋ। ਦੇਖੋ ਏਡੀ ਵੱਡੀ ਗੱਲ ਕਹਿ ਗਏ ਇਮਾਮ ਗਜ਼ਾਲੀ। ਇਮਾਮ ਗਜ਼ਾਲੀ ਕਹਿੰਦੇ ਜਿਹੜਾ ਬੰਦਾ ਭਗਤੀ ਨਹੀਂ ਕਰਦਾ, ਉਹਨੂੰ ਕਤਲ ਕਰ। ਬਾਬਾ ਫਰੀਦ ਆਂਦੇ ਜਿਹੜਾ ਸਿਰ ਰੱਬ ਅੱਗੇ ਗੁਰੂ ਅੱਗੇ ਨਹੀਂ ਝੁਕਦਾ, ਉਹਨੂੰ ਫੜ ਦੋ, ਕੱਟਣ ਦੇ ਯੋਗ ਹੈ।
ਕਿਉਂਕਿ ਰੱਬ ਦੀ ਸਿਫਤ ਸਲਾਹ ਜਿਹੜੀ ਆ ਨਾ ਉਹ ਕੀਤੀ ਨਹੀਂ ਜਾਂਦੀ, ਬੇਅੰਤ ਆ, ਅਪਾਰ ਆ, ਅਗੰਮ ਆ, ਅਸੀਂ ਤਾਂ ਉਹਦੀ ਸਿਫਤ ਕਰ ਹੀ ਨਹੀਂ ਸਕਦੇ। ਹਾਂਜੀ ਕਰੋਨਾ ਸਾਲ ਵੀ ਕਰਦੇ ਰਹੀਏ ਫਿਰ ਵੀ ਅਜੀਬਾ, ਲੱਖਾਂ ਅਜੀਬਾ ਹੋ ਜਾਣ ਫਿਰ ਵੀ ਇਹਦੀ ਸਿਫਤ ਨਹੀਂ ਕਰ ਸਕਦੇ। ਰੱਬ ਵੱਲ ਚਲੇ ਸੂਰਮਾ ਤੇ ਜੱਗ ਵੱਲ ਕੰਡ ਕਰੇ। ਰੱਬ ਵੱਲ ਜਾਣਾ ਸੂਰਮਾ ਦਾ ਕੰਮ, ਇੱਕ ਦਾ ਕੰਮ ਨਹੀਂ। ਸੰਤ ਕਾ ਮਾਰਗ ਨਾਮ ਕੀ ਪੌੜੀ ਕੋਈ ਵਡਭਾਗੀ ਪਾਵੇ। ਸੰਤਾਂ ਦਾ ਮਾਰਗ ਤੇ ਨਾਮ ਜਪਣ ਦੀ ਪੌੜੀ ਕੋਈ ਭਾਗਾਂ ਵਾਲਾ ਪਾਉਂਦਾ। ਹਾਂਜੀ ਨੇ ਕੋਈ ਕਰਮ ਚੰਗੇ ਕੀਤੇ ਹੋਣ, ਪਿਛਲੇ ਜਨਮ ਚ ਮੋਤੀ ਦਾਨ ਕੀਤੇ ਹੋਣ, ਉਹ ਪੂਰਨ ਸੰਤਾਂ ਦੇ ਚਰਨ ਜਾਊਗਾ, ਨਹੀਂ ਤੇ ਨਹੀਂ। ਉਹਨੂੰ ਰੱਬ ਦੀ ਸਿਫਤ ਸੁਣਾ ਬਿਆਨ ਹੀ ਨਹੀਂ ਕਰ ਸਕਦੇ। ਚਲੋ ਜੀ, या मेरे मौला रहम करो, तो ला इलाहा इल्लल्लाह मुहम्मद